यात्री हूँ मैं जग में प्रभु जी, यात्री हूँ मैं जग में प्रभु जी। चलता हूँ मार्ग में तेरे, चलता हूँ मार्ग में तेरे। वो निशान तू है यीशु जी, वो निशान तू है यीशु जी। बंदरगाह तू मेरा, बंदरगाह तू मेरा यार। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ। ਆਪ ਰਾਜਿਆਂ ਦੇ ਰਾਜਾ, ਪ੍ਰਭੂਆਂ ਦੇ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੋ। ਆਪ ਸਾਨੂੰ ਨਾ ਤਾਂ ਕਦੇ ਛੱਡਦੇ ਹੋ, ਨਾ ਕਦੇ ਤਿਆਗਦੇ ਹੋ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦੇ ਹੋ। परमेश्वर, तेरी वफादारी तेरे वचन दे नाल है, और ये वफादारी तेरे वचन दे उत्ते जदों असीं चलदे हां तां साडे जीवन दे विच बरकत दे नाल प्रगट हुंदी है। इसलिए अज दे वचन दे विच जो तेरे वचन दी असीं वफादारी नूं पढ़ीए सुणीए, उस दे अनुसार अपने जीवन नूं बतीत करदे होए तेरे राज विच पाए जाइए। अजिहा होण दे लई मदद कर। एक एक पल दे लई बेनती आप दे हत्थां विच सौंपते होए बेनती मुक्ति दाते प्रभु यीशु मसीह दे पवित्र ते समर्थी नाम विच हुकम मंगदे। प्यारे अजीज, अज का जो मैं वचन का भाग लिया है वो लिया है व्यवस्था सार की पुस्तक 28 अध्याय उस दी असी 9 आयत नूं पढ़ांगे। इत्थे लिखिया है, जेकर तू अपने परमेश्वर यहोवा दे हुक्म नूं मनदे होए उस दे राह उत्ते चले ਤਾਂ ਉਹ ਆਪਣੀ ਸਹੁੰ ਦੇ ਅਨੁਸਾਰ ਤੈਨੂੰ ਆਪਣੀ ਪਵਿੱਤਰ ਪਰਜਾ ਕਰਕੇ ਸਥਿਰ ਕਰੇਗਾ। ਵਿਵਸਥਾ ਸਾਰ ਦੀ ਪੁਸਤਕ 28 ਅਧਿਆਇ ਉਸ ਦੀ 9 ਆਇਤ ਦੇ ਵਿੱਚ ਅਸੀਂ ਇਹ ਪੜ੍ਹਿਆ ਹੈ। ਲਿਖਿਆ ਹੈ, ਤਾਂ ਜਿਵੇਂ ਉਸ ਨੇ ਤੁਹਾਡੇ ਨਾਲ ਸਹੁੰ ਖਾਦੀ, ਯਹੋਵਾ ਤੁਹਾਨੂੰ ਆਪਣੇ ਲਈ ਇੱਕ ਪਵਿੱਤਰ ਪਰਜਾ ਕਰਕੇ ਕਾਇਮ ਕਰੇਗਾ, ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਸ ਦੇ ਰਾਹ ਉੱਤੇ ਚੱਲੋ। ਪਰਮੇਸ਼ਵਰ ਇੱਕ ਪਵਿੱਤਰ ਪਰਜਾ ਕਰਕੇ ਕਾਇਮ ਕਰੇਗਾ, ਔਰ ਜੇ ਤੁਸੀਂ ਉਸ ਦੇ ਹੁਕਮਾਂ ਦੀ ਪਾਲਣਾ ਕਰੋਗੇ ਅਤੇ ਉਸ ਦੇ ਰਾਹ ਉੱਤੇ ਚੱਲੋਗੇ। ਅੱਜ ਦੇ ਜੋ ਮੇਰਾ ਵਚਨ ਦਾ ਸਬਜੈਕਟ ਹੈ, ਵਿਸ਼ਾ ਹੈ ਪਰਮੇਸ਼ਵਰ ਦੇ ਵਚਨ ਉੱਤੇ ਚੱਲਣਾ, ਪਰਮੇਸ਼ਵਰ ਦੀ ਆਸ਼ੀਸ਼ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰਨਾ। ਇਹ ਬਹੁਤ ਵੱਡਾ ਸਾਡੇ ਜੀਵਨ ਦੇ ਵਿੱਚ ਇੱਕ ਭੇਤ, ਇੱਕ ਸੀਕਰਟ ਹੈ ਜੋ ਪਰਮੇਸ਼ਵਰ ਨੇ ਇਸਰਾਈਲੀਆਂ ਨੂੰ ਬੜੇ ਸਾਫ਼ ਰੀਤੀ ਨਾਲ ਦਿੱਤਾ ਹੈ। ਪਰਮੇਸ਼ਵਰ ਦੀ ਚੁਣੀ ਹੋਈ ਪਰਜਾ ਤੋਂ ਪਰਮੇਸ਼ਵਰ ਇੱਕੋ ਹੀ ਚੀਜ਼ ਚਾਹੁੰਦਾ ਹੈ ਕਿ ਉਸ ਦੀ ਜਿਹੜੀ ਪਰਜਾ ਹੈ, ਉਸ ਦੇ ਜਿਹੜੇ ਲੋਕ ਹੈ, ਉਸ ਦੇ ਹੁਕਮ ਦੀ ਪਾਲਣਾ ਕਰਨ ਅਤੇ ਉਸ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਣ। ਤਾਂ ਪਰਮੇਸ਼ਵਰ ਕਿਸੇ ਵੀ ਗੱਲ ਤੋਂ ਉਹਨਾਂ ਦੇ ਲਈ ਥੋੜ ਨਹੀਂ ਛੱਡੇਗਾ। ਰਾਹ ਦੇ ਵਿੱਚ ਚੱਲਣਾ ਅਤੇ ਆਗਿਆ ਨੂੰ ਮੰਨਣਾ, ਇਹ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਨੇਮ ਦੇ ਅਨੁਸਾਰ ਬਹੁਤ ਜ਼ਰੂਰੀ ਹੈ ਇੱਕ ਵਿਸ਼ਵਾਸੀ ਦੇ ਲਈ। ਫਸਟ ਉਹਨੇ ਕਮਾਂਡਮੈਂਟ ਨਿਯੁਕਤ ਕੀਤੀ ਹੈ ਕਿ ਉਸ ਦੇ ਹੁਕਮ ਦੇ ਅਨੁਸਾਰ ਉਸ ਦੇ ਆਗਿਆਵਾਂ ਦੀ ਪਾਲਣਾ ਕਰਨਾ। ਉਸ ਦੇ ਆਗਿਆਵਾਂ ਦੇ ਵਿੱਚ ਪਾਲਣ ਕਰਨ ਦਾ ਸਭ ਤੋਂ ਵੱਡੀ ਗੱਲ ਹੈ ਆਪਣੇ ਪਰਮੇਸ਼ਵਰ ਨੂੰ ਆਪਣੇ ਜੀਵਨ ਦੇ ਵਿੱਚ ਸਰਵੋਤਮ ਪਹਿਲਾ ਸਥਾਨ ਦੇਣਾ। ਜਦ ਤੱਕ ਅਸੀਂ ਆਪਣੇ ਜੀਵਨ ਦੇ ਵਿੱਚ ਇਹ ਕੰਮ ਨਹੀਂ ਕਰਦੇ ਹਾਂ, ਇਸ ਕੰਮ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਨਹੀਂ ਆਉਂਦੇ ਹਾਂ, ਤਾਂ ਪਰਮੇਸ਼ਵਰ ਦੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਆ, ਉਸ ਦਾ ਸੰਬੰਧ ਵਿਸ਼ੇਸ਼ ਸਾਡੇ ਨਾਲ ਹੈ। ਸਰਵਪ੍ਰਥਮ ਅਸੀਂ ਆਪਣੇ ਜੀਵਨ ਦੇ ਵਿੱਚ ਪਹਿਲਾ ਸਥਾਨ, ਪਹਿਲਾ ਜੀਵਨ, ਪਹਿਲੀ ਸਾਡੀ ਅੱਖ ਦੀ ਸੁਰਤੀ ਪਰਮੇਸ਼ਵਰ ਦੇ ਨਾਲ ਹੋਣੀ ਜ਼ਰੂਰੀ ਹੈ।
ਔਰ ਇਹ ਕੀ ਹੈ, ਪਹਿਲੀ ਗੱਲ ਕੀ ਹੈ, ਸਭ ਤੋਂ ਪਹਿਲਾ ਸਥਾਨ ਪਰਮੇਸ਼ਰ ਨੂੰ ਦੇਣਾ। ਇਹ ਹੈ ਕਿ ਸਭ ਤੋਂ ਪਹਿਲਾ ਸਥਾਨ ਪਰਮੇਸ਼ਰ ਨੂੰ ਦੇਣਾ, ਪਰਮੇਸ਼ਰ ਦੀ ਭਗਤੀ ਕਰਨਾ, ਪਰਮੇਸ਼ਰ ਨੂੰ ਆਪਣੇ ਜੀਵਨ ਦੇ ਵਿੱਚ ਉਸ ਦੀ ਭਗਤੀ ਕਰਦਿਆਂ ਹੋਇਆ ਉਸ ਦੇ ਨਾਮ ਨੂੰ ਉੱਚਾ ਕਰਨਾ। ਜਦੋਂ ਅਸੀਂ ਵਿਵਸਥਾ ਸਾਰ ਦੀ ਪਹਿਲੀ ਕਮਾਂਡ ਵੀ ਦੇਖਦੇ ਹਾਂ ਤਾਂ ਉਸ ਪਹਿਲੀ ਕਮਾਂਡ ਦੇ ਵਿੱਚ ਵੀ ਅਸੀਂ ਇਹ ਦੇਖਦੇ ਹਾਂ ਕਿ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਉਸ ਦੇ ਹੁਕਮ ਦੀ ਪਾਲਣਾ ਕਰੀਏ। ਜਦੋਂ ਅਸੀਂ ਕੂਚ ਦੀ ਪੁਸਤਕ 19:5 ਪੜ੍ਹਦੇ ਹਾਂ ਤਾਂ ਉਹਦੇ ਵਿੱਚ ਪਰਮੇਸ਼ਰ ਦੀਆਂ ਆਗਿਆਵਾਂ ਜੋ ਸਾਡੇ ਜੀਵਨ ਦੇ ਲਈ ਦੱਸੀਆਂ ਗਈਆਂ ਕਿ ਅਸੀਂ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਪਵਿੱਤਰਤਾਈ ਦੇ ਵਿੱਚ ਲੈ ਕੇ ਆ ਸਕਦੇ ਹਾਂ, ਤਾਂ ਮੈਂ ਆਪਦੇ ਲਈ ਪੜ੍ਹ ਰਿਹਾ ਹਾਂ 19:5। ਹੁਣ ਜੇ ਤੁਸੀਂ ਮੇਰੀ ਆਵਾਜ਼ ਦੇ ਸਰੋਤੇ ਹੋਵੋਗੇ ਅਤੇ ਮੇਰੇ ਨੇਮ ਦੀ ਮਨੋਤ ਕਰੋਗੇ ਤਾਂ ਸਾਰੀਆਂ ਕੌਮਾਂ ਵਿੱਚ ਮੇਰੀ ਨਿਜ ਪ੍ਰਜਾ ਹੋਵੋਗੇ, ਕਿਉਂਕਿ ਸਾਰੀ ਧਰਤੀ ਮੇਰੀ ਹੈ। ਜੇ ਤੁਸੀਂ ਮੇਰੀ ਆਵਾਜ਼ ਦੇ ਸਰੋਤੇ ਹੋਵੋਗੇ, ਉਹਦੀ ਆਵਾਜ਼ ਨੂੰ ਸੁਣਨਾ। ਸਭ ਤੋਂ ਪਹਿਲੇ ਉੱਠਦੇ ਅਸੀਂ ਕਿਹਦੀ ਆਵਾਜ਼ ਸੁਣਦੇ ਹਾਂ? ਸਭ ਤੋਂ ਪਹਿਲਾਂ ਅਸੀਂ ਆਪਣੇ ਜੀਵਨ 'ਚ ਕਿਹਦੀ ਆਵਾਜ਼ ਸੁਣਨਾ ਪਸੰਦ ਕਰਦੇ ਹਾਂ? ਸਭ ਤੋਂ ਪਹਿਲਾਂ ਆਪਣੇ ਜੀਵਨ 'ਚ ਪਹਿਲਾ ਸਥਾਨ ਕਿਹਨੂੰ ਦੇਣਾ ਪਸੰਦ ਕਰਦੇ ਹਾਂ? ਇਹ ਸਾਡੇ ਜੀਵਨ ਦੇ ਵਿੱਚ ਨਿਰਭਰ ਕਰਦਾ ਹੈ ਪਰਮੇਸ਼ਰ ਦੀ ਬਰਕਤ ਨੂੰ ਪ੍ਰਾਪਤ ਕਰਨ ਦੇ ਲਈ। ਦੂਸਰੀ ਗੱਲ ਅਸੀਂ ਇੱਥੇ ਕੀ ਦੇਖਦੇ ਹਾਂ, ਜੋ ਇਸ ਸਨਈ ਪਹਾੜ ਦੇ ਉੱਤੇ ਪਰਮੇਸ਼ਰ ਨੇ ਉਹਨਾਂ ਨੂੰ ਕਮਾਂਡ ਦਿੱਤੀ 20:3 ਅਤੇ 4 ਦੇ ਵਿੱਚ। ਉੱਥੇ ਕੀ ਕਹਿੰਦਾ ਹੈ, ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ, ਤੂੰ ਆਪਣੇ ਲਈ ਉਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ਼ ਦੀ ਮੂਰਤ ਜਿਹੜੀ ਉੱਪਰ ਆਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੀਆਂ ਪਾਣੀਆਂ ਵਿੱਚ ਹੈ। ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ, ਨਾ ਉਹਨਾਂ ਦੀ ਪੂਜਾ ਕਰ, ਕਿਉਂ ਜੋ ਮੈਂ ਯਹੋਵਾ ਤੇਰਾ ਪਰਮੇਸ਼ਰ ਅਣਖ ਵਾਲਾ ਪਰਮੇਸ਼ਰ ਹਾਂ, ਜਿਹੜਾ ਪਿਓ ਦਾਦਿਆਂ ਦੀ ਬੁਰਾਈ ਨੂੰ ਬੱਚਿਆਂ ਉੱਤੇ ਅਤੇ ਬੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਤੱਕ ਲਿਆਉਂਦਾ ਹਾਂ। ਪਰਮੇਸ਼ਰ ਨਹੀਂ ਚਾਹੁੰਦਾ ਹੈ ਕਿ ਅਸੀਂ ਉਸ ਦੀ ਕਮਾਂਡ ਨੂੰ, ਉਸ ਦੇ ਹੁਕਮ ਨੂੰ ਆਪਣੇ ਜੀਵਨ ਦੇ ਵਿੱਚ ਦੂਰ ਕਰਕੇ ਪਰਮੇਸ਼ਰ ਦੇ ਸ਼ਰਾਪ ਨੂੰ ਆਪਣੇ ਵਿੱਚ ਲੈ ਕੇ ਆਈਏ, ਪਰਮੇਸ਼ਰ ਦੇ ਕ੍ਰੋਧ ਨੂੰ ਆਪਣੇ ਉੱਤੇ ਲੈ ਕੇ ਆਈਏ। ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕਰਨ ਦਾ ਮੀਨਿੰਗ ਇਹ ਹੈ ਕਿ ਪਹਿਲਾ ਸਥਾਨ ਉੱਡਦੇ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਹੋਣਾ ਚਾਹੀਦਾ। ਮੇਰੇ ਵਿੱਚ ਉੱਡਦੇ ਵਿਚਾਰ ਪਰਮੇਸ਼ਰ ਦੇ ਨਾਲ ਹੋਣੇ ਚਾਹੀਦੇ। ਇੱਕ ਮਾਂ ਉੱਠਦੀ ਹੈ ਜਦੋਂ ਤਾਂ ਆਪਣੇ ਬੱਚਿਆਂ ਨੂੰ ਨਿਹਾਰਦੀ ਹੈ, ਦੇਖਦੀ ਹੈ, ਫਿਰ ਉਸ ਤੋਂ ਬਾਅਦ ਉਹ ਕੰਮ ਤੇ ਲੱਗਦੀ ਹੈ। ਤੇ ਇਸੇ ਤਰ੍ਹਾਂ ਮੇਰਾ ਪਰਮੇਸ਼ਰ ਵੀ, ਜਿਸ ਨੇ ਮੈਨੂੰ ਸਾਜਿਆ ਹੈ, ਜਿਸ ਨੇ ਮੇਰੇ ਜੀਵਨ ਨੂੰ ਬਚਾਉਣ ਦੇ ਲਈ ਕੰਮ ਕੀਤਾ ਹੈ, ਉਹ ਚਾਹੁੰਦਾ ਹੈ ਕਿ ਮੈਂ ਆਪਣੇ ਜੀਵਨ ਦਾ ਪਹਿਲਾ ਸਥਾਨ ਉਸ ਨੂੰ ਦੇਵਾਂ, ਤਾਂ ਕਿ ਦੁਨੀਆ ਦੇ ਲੋਕ, ਜਦੋਂ ਮੈਂ 10 ਆਇਤ ਨੂੰ ਪੜ੍ਹਦਾ ਹਾਂ 28 ਦੀ 10 ਨੂੰ, ਤਾਂ ਉਸ ਵਿੱਚ ਇਸ ਤਰ੍ਹਾਂ ਲਿਖਿਆ ਹੈ, ਤਾਂ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਹੋਵਾ ਦੇ ਨਾਂ ਉੱਤੇ ਪੁਕਾਰੇ ਜਾਂਦੇ ਹੋ ਅਤੇ ਉਹ ਤੁਹਾਥੋਂ ਡਰਨਗੇ। ਇਹਦਾ ਮਤਲਬ ਸਾਡੇ ਜੀਵਨ ਦੇ ਵਿੱਚ ਕੀ ਇਹ ਗੱਲ ਹੈ ਕਿ ਅਸੀਂ ਪਰਮੇਸ਼ਰ ਦੀ ਕਮਾਂਡ ਨੂੰ ਆਪਣੇ ਜੀਵਨ ਦੇ ਵਿੱਚ ਉੱਚਾ ਕਰਕੇ ਉਸ ਨੂੰ ਸਥਾਨ ਦੇ ਰਹੇ ਹਾਂ, ਉੱਚਾ ਕਰਕੇ ਉਸ ਦੀ ਭਗਤੀ ਕਰ ਰਹੇ ਹਾਂ। ਪਹਿਲਾ ਸਥਾਨ ਪਰਮੇਸ਼ਰ ਨੂੰ ਦੇਣਾ ਜ਼ਰੂਰੀ। ਪਹਿਲਾ ਸਥਾਨ ਦੇਣ ਦਾ ਮਤਲਬ ਉਹਦੀ ਭਗਤੀ ਸਰਵੋਤਮ, ਉਹਦੇ ਸਨਮੁਖ ਉਸ ਨੂੰ ਦੇਣੀ ਜ਼ਰੂਰੀ ਹੈ। ਪਰਮੇਸ਼ਰ ਕੁਛ ਨਹੀਂ ਚਾਹੁੰਦਾ ਜੇ ਅਸੀਂ ਉਸ ਦੇ ਨਾਮ ਤੋਂ ਪਹਿਲੀ ਸ਼ੁਰੂਆਤ ਕਰਦੇ ਹਾਂ, ਪਹਿਲਾ ਕੰਮ ਕਰਦੇ ਹਾਂ, ਤਾਂ ਪਰਮੇਸ਼ਰ ਇਸ ਦੇ ਵਿੱਚੋਂ ਆਨੰਦਿਤ ਹੁੰਦਾ, ਖੁਸ਼ ਹੁੰਦਾ। ਮੈਨੂੰ ਯਾਦ ਹੈ
ਜਦੋਂ ਮੈਂ ਮਸੀਹ ਦੇ ਵਿੱਚ ਨਹੀਂ ਹੁੰਦਾ ਸੀ ਤਾਂ ਸਾਨੂੰ ਇੱਕ ਗੱਲ ਸਿਖਾਈ ਗਈ ਸੀ ਕਿ ਉੱਠਦਿਆਂ ਤੁਸੀਂ ਆਪਣੇ ਮਾਤਾ ਪਿਤਾ ਦਾ ਆਦਰ ਸਤਿਕਾਰ ਕਰਨਾ। ਉੱਠਦਿਆਂ ਅੱਜ ਮੇਰੇ ਖਿਆਲ ਹੈ ਉਹ ਕਰਦੇ ਆ ਜਾਂ ਨਹੀਂ ਕਰਦੇ, ਪਰ ਸਾਨੂੰ ਇਹ ਸਿਖਾਇਆ ਗਿਆ ਸੀ ਕਿ ਉੱਠਦਿਆਂ ਤੁਸੀਂ ਆਪਣੇ ਮਾਤਾ ਪਿਤਾ ਦਾ ਆਦਰ ਸਤਿਕਾਰ। ਅਸੀਂ ਆਪਣੇ ਮਾਤਾ ਪਿਤਾ ਨੂੰ ਜੋ ਉਸ ਸਮੇਂ ਦਾ ਨਿਯਮ ਸੀ ਅਸੀਂ ਉਸ ਕਰਕੇ ਉਹਨਾਂ ਨੂੰ ਬੁਲਾਉਂਦੇ ਸੀ ਅਤੇ ਉਹਨਾਂ ਦੇ ਮੱਥਾ ਟੇਕਦੇ ਸੀ ਅਤੇ ਆਪਣੇ ਕੰਮਾਂ ਨੂੰ ਚਲੇ ਜਾਂਦੇ ਸੀ। ਤੇ ਅੱਜ ਉਹ ਚੀਜ਼, ਇਹਦਾ ਮਤਲਬ ਸਾਡੇ ਬਜ਼ੁਰਗੀ ਦੇ ਵਿੱਚ ਇਹ ਚੀਜ਼ ਆਦਰ ਦੇ ਨਾਲ ਸਿਖਾਈ ਜਾਂਦੀ ਸੀ। ਅੱਜ ਆਦਰ ਦੇ ਨਾਲ ਕਿ ਅਸੀਂ ਪਹਿਲਾ ਸਥਾਨ ਪਰਮੇਸ਼ਰ ਨੂੰ ਦੇ ਰਹੇ, ਆਦਰ ਦੇ ਨਾਲ ਕਿ ਅਸੀਂ ਪਹਿਲਾਂ ਪਰਮੇਸ਼ਰ ਦੀ ਭਗਤੀ ਕਰ ਰਹੇ, ਆਦਰ ਦੇ ਨਾਲ ਕਿ ਅਸੀਂ ਪਹਿਲਾਂ ਪਰਮੇਸ਼ਰ ਦਾ ਗੁਣਨਵਾਦ ਕਰ ਰਹੇ। ਜੇ ਕਰ ਰਹੇ ਹਾਂ ਤਾਂ ਮੇਰੇ ਪਿਆਰਿਓ ਅਜ਼ੀਜ਼, ਤਾਂ ਜ਼ਰੂਰ ਲੋਕ ਜਾਣਨਗੇ ਆਪ ਦੇ ਜੀਵਨ ਦੇ ਰਾਹੀਂ ਕਿ ਆਪ ਪਰਮੇਸ਼ਰ ਦੀ ਸੰਤਾਨ, ਆਪ ਪਰਮੇਸ਼ਰ ਦੀ ਮਹਿਮਾ ਕਰਨ ਵਾਲੇ ਉਸ ਦੇ ਬੱਚੇ ਹੋ। ਸੈਕੰਡ ਇਸ ਦੇ ਵਿੱਚ ਕੀ ਲਿਖਿਆ ਹੈ, ਜਿਹੜਾ ਮੈਂ ਇਸ ਦੇ ਵਿੱਚ ਪੜ੍ਹਦਾ ਹਾਂ, ਸੈਕੰਡ ਇਸ ਦੇ ਵਿੱਚ ਲਿਖਿਆ ਹੈ ਕਿ ਪਾਲਣਾ ਕਰੋ ਅਤੇ ਉਸ ਦੇ ਮਾਰਗਾਂ ਉੱਤੇ ਚੱਲੋ, ਉਸ ਦੇ ਰਾਹ ਉੱਤੇ ਚੱਲਣਾ। ਉਸ ਦੇ ਰਾਹ ਦੇ ਉੱਤੇ ਚੱਲਣਾ ਭਾਵ ਸੱਚਾਈ, ਭਾਵ ਪਵਿੱਤਰਤਾ ਅਤੇ ਪ੍ਰੇਮ ਦੇ ਨਾਲ। ਸਰਵਪ੍ਰਥਮ ਪਵਿੱਤਰਤਾ, ਸੈਕੰਡਲੀ ਸੱਚਾਈ, ਥਰਡ ਪ੍ਰੇਮ। ਤਿੰਨ ਚੀਜ਼ਾਂ ਦੇ ਨਾਲ ਤੁਸੀਂ ਆਪਣੇ ਜੀਵਨ ਦੇ ਵਿੱਚ ਜਦੋਂ ਚੱਲੋਗੇ ਤਾਂ ਉਸ ਦੇ ਵਿੱਚ ਤੁਹਾਡੀ ਪਹਿਚਾਨ ਪਰਮੇਸ਼ਰ ਦੇ ਸਵਰੂਪ ਜਿਹੀ ਉਸ ਦੇ ਪੁੱਤਰਾਂ ਨਾਲ ਜਾਣੀ ਜਾਏਗੀ। ਮਸਟ ਹੈ। ਔਰ ਇਹ ਹੋ ਕਿੱਦਾਂ ਸਕਦਾ? ਇਹ ਸਾਡੇ ਵਿੱਚ ਨਹੀਂ ਹੋ ਸਕਦਾ। ਅਸੀਂ ਪਾਪੀ ਹਾਂ। ਅਗਰ ਅਸੀਂ ਸੁਭਾਵ ਦੇ ਵਿੱਚ ਆਪਣਾ ਕੋਸ਼ਿਸ਼ ਕਰੀਏ, ਦੇਖੀਏ, ਤਾਂ ਸਾਨੂੰ ਪਰਮੇਸ਼ਰ ਦੀ ਬਾਣੀ ਇੰਝ ਦੱਸਦੀ ਹੈ, ਕੋਈ ਧਰਮੀ ਨਹੀਂ, ਇੱਕ ਵੀ ਧਰਮੀ ਨਹੀਂ, ਸਭ ਪਾਪ ਦੇ ਹੇਠਾਂ ਦੱਬੇ ਹੋਏ ਆ। ਔਰ ਰੋਮੀਆਂ 3:23 ਦੇ ਵਿੱਚ ਲਿਖਿਆ ਹੈ ਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੀ ਮਹਿਮਾ ਤੋਂ ਰਹਿ ਗਏ ਆ। ਜਿਹੜੇ ਰਹਿ ਗਏ ਆ, ਜਿਹੜੇ ਪਾਪ ਦੇ ਵਿੱਚ ਆ, ਉਹ ਕਿਸ ਤਰ੍ਹਾਂ ਉਹਦੀ ਆਗਿਆ ਦਾ ਪਾਲਨ ਕਰਨਗੇ, ਕਿਸ ਤਰ੍ਹਾਂ ਉਸ ਦੇ ਰਾਹ ਦੇ ਵਿੱਚ ਚੱਲਣਗੇ? ਇਹ ਨਹੀਂ ਹੋ ਸਕਦਾ, ਇਹ ਪੋਸੀਬਲ ਹੈ। ਪਰ ਜਦੋਂ ਅਸੀਂ ਪਰਮੇਸ਼ਰ ਦੇ ਕੀਤੇ ਹੋਏ ਉਪਕਾਰ ਜੋ ਪਾਪੀ ਮਨੁੱਖ ਦੇ ਲਈ ਉਸਨੇ ਕੀਤਾ ਹੈ, ਉਸ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਸਵੀਕਾਰ ਕਰਦੇ ਹਾਂ, ਤਾਂ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਉਸ ਦੀ ਭਗਤੀ ਹੋਣ ਦੇ ਲਈ ਸਾਡੀ ਮਦਦ ਕਰਦਾ ਹੈ, ਸਾਡੀ ਸਹਾਇਤਾ ਕਰਦਾ ਹੈ। ਜ਼ਰੂਰੀ ਹੈ ਕਿ ਜੇ ਅਸੀਂ ਉਸ ਦੀ ਆਗਿਆ ਦਾ ਪਾਲਨ ਕਰਨਾ ਹੈ ਕਿ ਉਸ ਦੇ ਕੀਤੇ ਹੋਏ ਉਪਕਾਰ ਨੂੰ, ਉਸ ਦੇ ਕੀਤੇ ਹੋਏ ਕਾਰਜ ਨੂੰ ਆਪਣੇ ਜੀਵਨ ਵਿੱਚ ਮੰਨਣਾ ਕੀ ਹੈ ਕਿ ਮੈਂ ਪਾਪੀ ਹਾਂ ਔਰ ਮੇਰੇ ਪਾਪੀ ਦੇ ਜੀਵਨ ਦੇ ਵਿੱਚ ਕੋਈ ਵੀ ਪਵਿੱਤਰਤਾ ਵਾਲਾ ਕਾਰਜ ਨਹੀਂ ਸੀ, ਕੋਈ ਵੀ ਪਵਿੱਤਰਤਾ ਵਾਲਾ ਕੰਮ ਨਹੀਂ ਸੀ ਹੋ ਰਿਹਾ। ਪਰ ਪਰਮੇਸ਼ਵਰ ਨੇ ਮੇਰੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਪਿੱਛੇ ਚੱਲਣ ਦੇ ਲਈ ਇੱਕ ਅਜਿਹਾ ਕਾਰਜ ਕੀਤਾ ਹੈ, ਜਿਸ ਕਾਰਜ ਦੇ ਨਿਮਿਤ ਮੇਰਾ ਜੀਵਨ, ਮੇਰੇ ਜੀਵਨ ਦਾ ਇੱਕ ਇੱਕ ਪਲ ਉਸ ਦਾ ਰਹਿਣੀ ਹੈ। ਉਹ ਕਾਰਜ ਕੀ ਹੈ ਕਿ ਉਸਨੇ ਆਪਣੇ ਪਿਆਰੇ ਪੁੱਤਰ ਨੂੰ, ਜਿਹੜਾ ਸਵਰਗ ਦੀ ਬਾਦਸ਼ਾਹ ਦਾ ਰਾਜਾ ਸੀ, ਉਹ ਕੌਣ? ਪਰਮੇਸ਼ਰ ਸਵੈਂ ਮੇਰੇ ਜੀਵਨ ਨੂੰ ਬਚਾਉਣ ਦੇ ਲਈ, ਪਰਮੇਸ਼ਰ ਸਵੈਂ ਸਰਵਤ ਸ੍ਰਿਸ਼ਟੀ ਦੇ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ ਇਸ ਧਰਤੀ ਦੇ ਉੱਤੇ ਪ੍ਰਭੂ ਯਿਸੂ ਮਸੀਹ ਦੇ ਸਵਰੂਪ ਵਿੱਚ ਅਵਤਾਰਿਤ ਹੋਇਆ ਅਤੇ ਉਸ ਨੇ ਮੇਰੇ ਅਤੇ ਆਪ ਦੇ ਲਈ ਆਪਣਾ ਜੀਵਨ ਕਾਲਵਰੀ ਕਰੂਸ ਦੇ ਉੱਤੇ ਦੇ ਦਿੱਤਾ, ਸਾਡੇ ਪਾਪਾਂ ਦੀ, ਗੁਨਾਹਾਂ ਦੀ ਮਾਫੀ ਦੇ ਨਿਮਿਤ। ਅਤੇ ਜਦੋਂ ਉਸਨੇ ਮੇਰੇ ਅਤੇ ਆਪ ਦੇ ਪਾਪਾਂ ਦੀ ਗੁਨਾਹੀ ਦੇ ਨਿਮਿਤ ਬਲੀਦਾਨ ਦੇ ਦਿੱਤਾ, ਤਦ ਉਸਨੇ ਉੱਥੇ ਮੇਰੇ ਅਤੇ ਆਪ ਦੇ ਲਈ ਕਿਹਾ, ਤੁਹਾਡੇ ਲਈ ਪੂਰਾ ਹੋਇਆ।
ਹੁਣ ਮੈਂ ਜਦੋਂ ਉਸ ਨੂੰ ਸਵੀਕਾਰ ਕਰਦਾ ਹਾਂ ਤਾਂ ਪਰਮੇਸ਼ਵਰ ਮੈਨੂੰ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦਾ ਲਿਬਾਸ ਮੇਰੇ ਵਿੱਚ ਪਹਿਨਾ ਦਿੰਦਾ ਹੈ ਅਤੇ ਉਸ ਦੇ ਵਿੱਚ ਆਗਿਆਕਾਰੀਤਾ ਦਾ ਸੁਭਾਅ ਅਤੇ ਉਸ ਦੇ ਪਦ ਚਿੰਨ੍ਹਾਂ ਦੇ ਮਤਲਬ ਉਸ ਦੇ ਮਾਰਗਾਂ ਦੇ ਉੱਤੇ ਚੱਲਣ ਦਾ ਬਲ ਮੈਨੂੰ ਦੇ ਦਿੰਦਾ ਹੈ। ਇਹ ਬਹੁਤ ਹੀ ਮਹਿਮਾਯੋਗ ਗੱਲ ਹੈ। ਇਹ ਬਹੁਤ ਹੀ ਆਦਰਯੋਗ ਗੱਲ ਹੈ ਕਿ ਪਰਮੇਸ਼ਰ ਨੇ ਮੇਰੇ ਲਈ ਅਜਿਹਾ ਉਪਰਾਲਾ ਕੀਤਾ, ਮੈਨੂੰ ਆਗਿਆਕਾਰੀ ਪੁੱਤਰ ਬਣਾਉਣ ਦੇ ਲਈ ਅਤੇ ਉਸ ਦੇ ਧਾਰਮਿਕਤਾ ਦੇ ਮਾਰਗ ਦੇ ਵਿੱਚ ਚੱਲਣ ਦੇ ਲਈ ਉਸ ਨੇ ਮੇਰੇ ਲਈ ਆਪਣੇ ਪੁੱਤਰ ਦਾ ਬਲੀਦਾਨ ਦੇ ਦਿੱਤਾ। ਇਸ ਲਈ ਤਾਂ ਪ੍ਰਭੂ ਯਿਸੂ ਮਸੀਹ ਆਪਣੇ ਵਚਨ ਦੇ ਵਿੱਚ ਮੇਰੇ ਜੀਵਨ ਦੇ ਨਾਲ ਗੱਲ ਕਰਦਾ ਹੈ। ਜਿਵੇਂ ਮੈਂ ਉਸ ਵਚਨ ਨੂੰ ਵੀ ਆਪ ਦੇ ਲਈ ਪੜ੍ਹ ਲੈਂਦਾ। ਯਹੋਨਾ ਦੀ ਅੰਜੀਲ ਜਦੋਂ ਅਸੀਂ ਉਸ ਦਾ 15 ਅਧਿਆਇ ਉਸ ਦੀ 10 ਆਇਤ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਪਰਮੇਸ਼ਵਰ ਮੇਰੇ ਨਾਲ ਆਪਣੇ ਪ੍ਰੇਮ ਦੀ ਗੱਲ ਕਰਦਾ ਹੋਇਆ ਨਜ਼ਰ ਆਉਂਦਾ ਹੈ, ਤਾਂ ਕਿ ਮੇਰੀ ਪਹਿਚਾਨ ਉਸ ਦੇ ਨਾਲ ਉਸ ਦੇ ਪੁੱਤਰਾਂ ਜਿਹੀ ਹੋ ਸਕੇ। ਇੱਥੇ ਲਿਖਿਆ ਹੈ 15 ਦਾ 10 ਦੇ ਵਿੱਚ ਕਹਿੰਦਾ ਹੈ, ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਤਾਂ ਮੇਰੇ ਪ੍ਰੇਮ ਵਿੱਚ ਰਹੋਗੇ, ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਣਾ ਕੀਤੀ ਅਤੇ ਉਹਦੇ ਪ੍ਰੇਮ ਵਿੱਚ ਰਹਿੰਦਾ ਹਾਂ। ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਨੇ ਮੇਰੇ ਲਈ ਹੁਕਮਾਂ ਦੀ ਪਾਲਣਾ ਕੀਤੀ ਕਿ ਮੈਂ ਉਸ ਦੇ ਪ੍ਰੇਮ ਵਿੱਚ ਬਣਿਆ ਰਹਾ। ਕਿੰਨੀ ਵੱਡੀ ਗੱਲ ਪਰਮੇਸ਼ਰ ਨੇ ਮੇਰੇ ਜੀਵਨ ਦੇ ਵਿੱਚ ਕੀਤੀ। ਮੈਂ ਪਰਮੇਸ਼ਰ ਦੇ ਲਾਇਕ ਨਹੀਂ ਸੀ, ਮੈਂ ਪਰਮੇਸ਼ਰ ਦੇ ਯੋਗ ਨਹੀਂ ਸੀ, ਮੈਂ ਪਰਮੇਸ਼ਰ ਦੇ ਕੋਲ ਨਹੀਂ ਸੀ ਜਾ ਸਕਦਾ, ਮੈਂ ਪਰਮੇਸ਼ਰ ਦੀ ਭਗਤੀ ਨਹੀਂ ਸੀ ਕਰ ਸਕਦਾ, ਮੈਂ ਪਰਮੇਸ਼ਰ ਦੇ ਗੁਣ ਨਹੀਂ ਸੀ ਗਾ ਸਕਦਾ, ਕਿਉਂਕਿ ਪਾਪ ਦਾ ਪਵਿੱਤਰਤਾ ਦੇ ਨਾਲ ਕੋਈ ਮੇਲ ਨਹੀਂ। ਪਰ ਪਰਮੇਸ਼ਰ ਨੇ ਇਸ ਮੇਲ ਦੇ ਲਈ ਆਪਣੇ ਪਿਆਰੇ ਪੁੱਤਰ ਨੂੰ ਮੇਰੇ ਬਦਲੇ ਦੇ ਦਿੱਤਾ, ਤਾਂ ਕਿ ਮੈਂ ਉਸ ਦੇ ਲਿਬਾਸ ਨੂੰ ਪਾ ਕੇ ਉਸ ਵਿੱਚ ਹੋ ਕੇ ਆਗਿਆਕਾਰੀ ਪੁੱਤਰ ਬਣ ਕੇ ਉਸ ਦੇ ਰਾਹਾਂ ਵਿੱਚ ਚੱਲਦੇ ਹੋਏ ਪਰਮੇਸ਼ਰ ਪੁੱਤਰ ਦੀ ਪਹਿਚਾਨ ਵਿੱਚ ਇਸ ਦੁਨੀਆ ਦੇ ਵਿੱਚ ਵਧਦਾ ਜਾਵਾਂ। ਕਿੰਨੀ ਵੱਡੀ ਗੱਲ ਪਰਮੇਸ਼ਰ ਨੇ ਮੇਰੇ ਲਈ ਕੀਤੀ। ਔਰ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਕੀਤੀ ਹੈ, ਇਸ ਗੱਲ ਨੂੰ ਪੂਰਾ ਕਰਨ ਦੇ ਲਈ ਪਰਮੇਸ਼ਰ ਨੇ ਮੇਰੇ ਨਾਲ ਕੀ ਕੀਤਾ ਹੈ। ਜਦੋਂ ਮੈਂ ਯਸ਼ਾਇਆ ਦੀ ਪੁਸਤਕ ਉਸ ਦਾ 40 ਅਧਿਆਇ ਉਸ ਦੀ 31 ਆਇਤ ਪੜ੍ਹਦਾ ਹਾਂ ਤਾਂ ਉਸ ਦੇ ਵਿੱਚ ਪਰਮੇਸ਼ਰ ਮੇਰੇ ਜੀਵਨ ਦਾ, ਮੈਂ ਕਰ ਨਹੀਂ ਸੀ ਸਕਦਾ, ਮੇਰੇ ਵਿੱਚ ਹੋਣਾ ਅਸੰਭਵ ਸੀ, ਲੇਕਿਨ ਮੇਰੇ ਲਈ ਪਰਮੇਸ਼ਰ ਨੇ ਕੀ ਕੀਤਾ, ਕੀ ਕਹਿੰਦਾ ਹੈ, ਪਰ ਜਿਹੜੇ ਯਹੋਵਾ ਦੇ ਡਿੱਕਣ ਵਾਲੇ ਹਨ ਨਵੇਂ ਸਿਰਿਓਂ ਬਲ ਪ੍ਰਾਪਤ ਕਰਨਗੇ। ਨਵੇਂ ਸਿਰਿਓਂ ਕਿਹਦੇ ਵਿੱਚ? ਯਿਸੂ ਮਸੀਹ ਵਿੱਚ ਬਲ ਪ੍ਰਾਪਤ ਕਰਨਗੇ। ਉਹ ਉਕਾਬਾ ਵਾਂਗ ਖੰਭਾਂ ਉੱਤੇ ਉੱਡਣਗੇ ਅਤੇ ਦੌੜਨਗੇ ਨਾ ਥੱਕਣਗੇ, ਉਹ ਫਿਰਨਗੇ ਅਤੇ ਨਾ ਹੁਸਣਗੇ। ਕਿੰਨਾ ਵੱਡਾ ਕੰਮ ਪਰਮੇਸ਼ਵਰ ਨੇ ਮੇਰੇ ਜੀਵਨ ਦੇ ਵਿੱਚ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਰਾਹੀਂ ਕਰ ਦਿੱਤਾ। ਉਸਨੇ ਮੇਰੇ ਵਿੱਚ ਨਵਾਂ ਬਲ, ਨਵੀਂ ਸ਼ਕਤੀ ਦੇ ਦਿੱਤੀ, ਕਿਉਂਕਿ ਪਾਪ ਨੇ ਮੈਨੂੰ ਥਕਾ ਦਿੱਤਾ ਸੀ। ਪਾਪ ਨੇ ਮੈਨੂੰ ਮੇਰੇ ਜੀਵਨ ਦੇ ਰਾਹਾਂ ਦੇ ਸਾਰੇ ਮਾਰਗਾਂ ਨੂੰ ਬੰਦ ਕਰ ਦਿੱਤਾ ਸੀ। ਪਰ ਪਰਮੇਸ਼ਵਰ ਨੇ ਮੇਰੇ ਲਈ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਵਿੱਚੋਂ ਬਲ ਦੇ ਕੇ ਮੈਨੂੰ ਆਗਿਆਕਾਰੀ ਪੁੱਤਰ ਹੋਣ ਦੇ ਲਈ ਅਤੇ ਉਸ ਦੇ ਸੱਚ ਦੇ, ਪਵਿੱਤਰਤਾ ਦੇ, ਪ੍ਰੇਮ ਦੇ ਰਾਹਾਂ ਦੇ ਵਿੱਚ ਚੱਲਣ ਦੇ ਲਈ ਮੇਰੀ ਮਦਦ ਕੀਤੀ। ਮੈਂ ਆਪਣੇ ਆਪ ਦੇ ਵਿੱਚ ਨਹੀਂ ਚੱਲ ਸਕਦਾ। ਜਿਵੇਂ ਪੌਲਸ ਕਹਿੰਦਾ ਹੈ ਫਿਲਿੱਪੀਆਂ 4 ਦਾ 13 ਦੇ ਵਿੱਚ, ਬੜਾ ਸੁੰਦਰ ਅਤੇ ਬੜਾ ਸ਼ਾਂਤਮਈ ਸ਼ਬਦ ਲੱਗਦਾ ਹੈ, ਜਿਹੜਾ ਮੈਨੂੰ ਬਲ ਦਿੰਦਾ ਉਸ ਵਿੱਚ ਮੈਂ ਸਭ ਕੁਝ ਕਰ ਸਕਦਾ। ਮੈਂ ਆਪਣੇ ਆਪ ਦੇ ਵਿੱਚ ਨਹੀਂ ਸੀ ਕਰ ਸਕਦਾ, ਪਰ ਇਸ ਨੂੰ ਕਰਨ ਦੇ ਲਈ ਪਰਮੇਸ਼ਵਰ ਨੇ ਮੇਰੀ ਮਦਦ ਕੀਤੀ। ਇੱਕ ਵਾਰ ਫਿਰ ਮੈਂ ਉਸ ਵਚਨ ਨੂੰ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਤਾਂ ਜਿਵੇਂ ਉਸ ਨੇ ਤੁਹਾਡੇ ਨਾਲ ਸਹੁੰ ਖਾਧੀ, ਯਹੋਵਾ ਤੁਹਾਨੂੰ ਆਪਣੇ ਲਈ ਇੱਕ ਪਵਿੱਤਰ ਪਰਜਾ ਕਰਕੇ ਕਾਇਮ ਕਰੇਗਾ। ਉਸ ਨੇ ਮੈਨੂੰ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਵਿੱਚ ਕਾਇਮ ਕੀਤਾ ਅਤੇ ਲਿਖਿਆ ਹੈ, ਕਾਇਮ ਕਰੇਗਾ। ਤੁਸੀਂ ਆਪਣੇ ਪਰਮੇਸ਼ਰ ਯਹੋਵਾ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਸ ਦੇ ਮਾਰਗਾਂ ਉੱਤੇ ਚੱਲੋ, ਤਾਂ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਹੋਵਾ ਦੇ ਨਾਮ ਵਿੱਚ ਪੁਕਾਰੇ ਜਾਂਦੇ ਹੋ।
ਤੁਸੀਂ ਹੁਣ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਪੁਕਾਰੇ ਜਾਂਦੇ ਹੋ। ਲੋਕ ਜਦੋਂ ਕਹਿੰਦੇ ਨਾ ਉਹ ਆ ਗਏ ਯਿਸੂ ਮਸੀਹ ਦੇ ਚੇਲੇ, ਬੜਾ ਆਨੰਦ ਆਉਂਦਾ, ਬੜੀ ਸ਼ਾਂਤੀ ਹੁੰਦੀ ਹੈ। ਕਿਉਂ? ਕਿਉਂਕਿ ਉਸ ਦੇ ਵਿੱਚ ਆਰਾਮ ਹੈ, ਉਸ ਦੇ ਵਿੱਚ ਸ਼ਾਂਤੀ ਹੈ, ਉਸ ਵਿੱਚ ਆਨੰਦ ਹੈ, ਉਸ ਵਿੱਚ ਧੀਰਜ ਹੈ, ਕਿਸੇ ਗੱਲ ਦੀ ਕਮੀ ਨਹੀਂ। ਜਦੋਂ ਅਸੀਂ ਉਸ ਦੇ ਹੁਕਮ ਦੀ ਪਾਲਣਾ ਉਸ ਦੇ ਪੁੱਤਰ ਯਿਸੂ ਮਸੀਹ ਵਿੱਚ ਕਰਦੇ ਹਾਂ, ਉਸ ਦੇ ਰਾਹਾਂ ਵਿੱਚ ਚੱਲਦੇ ਹਾਂ, ਤਾਂ ਸਵਰਗੀ ਬਰਕਤ ਮੇਰੇ ਜੀਵਨ ਵਿੱਚ ਆਉਂਦੀ ਹੈ। ਜਿਸ ਤਰ੍ਹਾਂ ਅਫਸੀਆਂ 1:3 ਦੇ ਵਿੱਚ ਲਿਖਿਆ, ਮੁਬਾਰਕ ਹੋਵੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਵਰ, ਜਿਸ ਨੇ ਸਵਰਗੀ ਥਾਵਾਂ ਦੇ ਵਿੱਚ ਸਭ ਪ੍ਰਕਾਰ ਦੀ ਆਤਮਿਕ ਬਰਕਤਾਂ ਨਾਲ ਬਰਕਤ ਦਿੱਤੀ ਹੈ, ਕਮੀ ਨਹੀਂ ਛੱਡੀ ਕੋਈ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਪਰਮੇਸ਼ਵਰ ਦੇ ਨਾਮ ਦੇ ਵਿੱਚ ਸਦਾਏ ਜਾਈਏ, ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਉਸ ਦੇ ਨਾਮ ਦੇ ਵਿੱਚ ਜਾਣਨ, ਜੇ ਤੁਸੀਂ ਚਾਹੁੰਦੇ ਹੋ ਕਿ ਉਸ ਵਿੱਚ ਸਾਨੂੰ ਸਭ ਪ੍ਰਕਾਰ ਦੀ ਬਰਕਤ ਮਿਲੇ, ਤਾਂ ਮੇਰੇ ਪਿਆਰੇ ਅਜ਼ੀਜ਼, ਜੋ ਗੱਲ ਮੈਂ ਕੀਤੀ ਹੈ, ਮੈਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਮੰਨਿਆ, ਉਸ ਨੂੰ ਮੁਕਤੀਦਾਤਾ ਮੰਨ ਕੇ ਉਸ ਦੀ ਆਗਿਆਕਾਰੀਤਾ ਦੇ ਵਿੱਚ ਆਪਣੇ ਜੀਵਨ ਨੂੰ ਸਵੀਕਾਰ ਕਰਕੇ ਚੱਲਿਆ, ਤਾਂ ਉਸ ਨੇ ਸਭ ਮੇਰੇ ਜੀਵਨ ਵਿੱਚ ਦੇ ਦਿੱਤਾ। ਤੇ ਉਹ ਚਾਹੁੰਦਾ ਤੁਹਾਨੂੰ ਵੀ ਮਿਲੇ। ਜੇ ਨਹੀਂ ਮਿਲਿਆ ਤਾਂ ਅੱਜ ਉਸ ਨੂੰ ਸਵੀਕਾਰ ਕਰੋ। ਪਰਮੇਸ਼ਵਰ ਤੁਹਾਨੂੰ ਆਪਣੀ ਬਰਕਤ ਆਪਣੇ ਨਾਮ ਦੇ ਨਾਲ ਦੇਵੇਗਾ, ਕਿਉਂਕਿ ਸਭ ਕੁਝ ਉਸੇ ਦੇ ਨਾਮ ਦੇ ਵਿੱਚ ਹੈ ਔਰ ਸਾਰਾ ਅਧਿਕਾਰ ਪਰਮੇਸ਼ਵਰ ਨੇ ਉਸ ਨੂੰ ਦਿੱਤਾ ਹੈ। ਇਸ ਲਈ ਉਸ ਨੂੰ ਸਵੀਕਾਰ ਕਰਕੇ ਉਸ ਦੇ ਆਗਿਆਕਾਰੀ ਪੁੱਤਰ ਬਣ ਕੇ ਇਸ ਧਰਤੀ ਦੇ ਵਿੱਚ ਸਵਰਗ ਤੱਕ ਦੀਆਂ ਸਾਰੀਆਂ ਆਸ਼ਾਵਾਂ ਨੂੰ ਪ੍ਰਾਪਤ ਕਰਨ ਦੇ ਲਈ ਆਪਣੇ ਜੀਵਨ ਨੂੰ ਉਸ ਦੇ ਅੱਗੇ ਸਮਰਪਿਤ ਕਰ ਦਿਓ। ਪਰਮੇਸ਼ਵਰ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਾਰਾਨਾਥਾ।